हेलो एवरीवन। सो हुण मैं नैक्सट पार्ट 2 अपनी आईएलटीएस राइटिंग ऐसे ਦਾ ਸ਼ੁਰੂ ਕਰਨ ਲੱਗੀ ਆ। ਪਾਰਟ 1 ਚ ਮੈਂ ਇੰਟਰੋਡਕਸ਼ਨ ਬਾਰੇ ਐਕਸਪਲੇਨ ਕੀਤਾ ਸੀ ਵੀ ਇੰਟਰੋਡਕਸ਼ਨ ਕਿਵੇਂ ਆਪਾਂ ਈਜ਼ੀਲੀ ਲਿਖ ਸਕਦੇ 3 ਸੈਂਟੈਂਸ ਦੇ ਵਿੱਚ ਤੇ ਕੀ ਲੌਜਿਕ ਲਗਾਉਣਾ ਹੁੰਦਾ ਹੈ ਕਿ ਸੈਂਟੈਂਸ ਕਿਵੇਂ ਲਿਖਣੇ ਨੇ ਉਹ ਵਾਲੇ। ਤੇ ਅੱਜ ਆਪਾਂ ਕਰਾਂਗੇ ਬੋਡੀ ਪੈਰਾਗ੍ਰਾਫਸ। ਬੋਡੀ ਪੈਰਾਗ੍ਰਾਫਸ ਆਪਾਂ 3 ਲਿਖ ਸਕਦੇ ਮੇਨਲੀ, ਬੋਡੀ ਪੈਰਾਗ੍ਰਾਫ 1 2 ਐਂਡ 3। ਪਰ ਬੇਸਿਕਲੀ ਜੇ ਤੁਸੀਂ 2 ਵੀ ਕੰਪਲੀਟ ਲਿਖਦੇ ਹੋ ਤਾਂ ਤੁਹਾਨੂੰ 2 ਪੈਰਾਗ੍ਰਾਫਸ ਦੇ ਵੀ 7 to 8 ਪੈਂਟਸ ਮਿਲ ਸਕਦੇ ਆਰਾਮ ਨਾਲ। सो इस च ਆਪਾਂ ਇਹ ਕਰਾਂਗੀ ਅੱਜ ਦੀ ਵੀਡੀਓ 'ਚ ਮੈਂ ਪੈਰਾਗ੍ਰਾਫ 1 ਐਂਡ 2 ਕਿਵੇਂ ਲਿਖਣੇ ਆ ਉਹ ਐਕਸਪਲੇਨ ਕਰਾਂਗੀ। ਇਸ ਵੀਡੀਓ 'ਚ ਕੁਝ ਹੋਰ ਪੈਰਾਗ੍ਰਾਫ ਐਸੇ ਲੈ ਕੇ ਤੁਹਾਨੂੰ ਮੈਂ ਐਕਸਪਲੇਨ ਕਰ ਦਾਂਗੀ ਕਿ ਤੁਸੀਂ ਬੋਡੀ ਪੈਰਾਗ੍ਰਾਫ 3 ਅਗਰ ਐਡ ਆਨ ਕਰਨਾ ਤੁਸੀਂ ਉਹ ਕਿਵੇਂ ਐਡ ਕਰ ਸਕਦੇ ਹੋ। ਪਰ ਬੇਸਿਕਲੀ ਇੰਟਰੋਡਕਸ਼ਨ ਤੋਂ ਬਾਅਦ 2 ਬੋਡੀ ਪੈਰਾਗ੍ਰਾਫਸ ਬਹੁਤ ਹੁੰਦੇ ਨੇ, ਫਿਰ ਕਨਕਲੂਜਨ ਲਿਖਣਾ ਹੁੰਦਾ ਹੈ। ਸੋ ਤੁਹਾਨੂੰ ਮੈਂ 2 ਪੈਰਾਗ੍ਰਾਫਸ ਕਿਵੇਂ ਲਿਖਣੇ ਆ ਬੋਡੀ ਪੈਰਾਗ੍ਰਾਫਸ ਉਹਦੇ ਬਾਰੇ ਐਕਸਪਲੇਨ ਕਰ ਜਾ ਰਹੀ ਹਾਂ ਇਸ ਵੀਡੀਓ ਦੇ ਵਿੱਚ। ਇਹ ਮੈਂ ਲਾਈਨ ਵਾਈਜ਼ ਪਾਰਟਸ ਬਣਾਏ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਆਇਲਸ ਤੇ ਰਾਈਟਿੰਗ ਐਸੇ ਚੋਂ ਕਿਵੇਂ ਬੈਂਡਸ ਅੱਛੇ ਲੈ ਸਕਦੇ ਹੋ। ਸਾਰੇ ਪਾਰਟ ਵਾਈਜ਼ ਬਣੇ ਹੋਏ, ਤੁਸੀਂ ਸਾਰੇ ਪਾਰਟ ਉੱਪਰ ਵਾਲੇ ਨੀਚੇ ਵਾਲੇ ਸਾਰੇ ਪਾਰਟਸ ਜ਼ਰੂਰ ਦੇਖਣਾ, ਤੁਹਾਨੂੰ ਤਾਂ ਹੀ ਕਲੀਅਰ ਹੋਏਗਾ ਕਿ ਤੁਸੀਂ ਕਿਵੇਂ ਪ੍ਰੋਪਰਲੀ ਹਰ ਚੀਜ਼ ਕਰਨੀ ਹੈ। ਸਭ ਤੋਂ ਪਹਿਲੀ ਗੱਲ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਐਕਸਪਲੇਨ ਕਰਨ ਲੱਗੀ ਹਾਂ ਕਿ ਕੋਈ ਵੀ ਜਦੋਂ ਆਪਾਂ ਐਸੇ ਲਿਖਣਾ ਹੈ ਸਭ ਤੋਂ ਪਹਿਲਾਂ ਆਪਣਾ ਸਟਾਰਟਿੰਗ 'ਚ ਇਹ ਕੰਮ ਹੋਣਾ ਚਾਹੀਦਾ ਕਿ ਆਪਾਂ ਸਿਨੋਨਿਮ ਫਾਈਂਡ ਆਊਟ ਕਰ ਲਈਏ ਵੀ ਇਸ ਵਿੱਚ ਆਪਾਂ ਕਿਹੜੇ ਸਿਨੋਨਿਮ ਯੂਜ਼ ਕਰ ਸਕਦੇ, ਕਿਉਂਕਿ ਸਭ ਤੋਂ ਮੇਨ ਗੱਲ ਹੁੰਦੀ ਹੈ ਆਇਲਸ ਦੇ ਐਸੇ 'ਚ ਵਰਡਸ ਰਿਪੀਟ ਨਹੀਂ ਕਰਨੇ। ਤੁਸੀਂ ਅਗਰ ਇੱਕੋ ਹੀ ਵਰਡ ਜਿਵੇਂ ਮੰਨ ਲਓ ਟਰੈਵਲ ਲਿਖ ਰਹੇ ਹੋ ਕਿਸੇ ਐਸੇ 'ਚ, ਤੁਸੀਂ ਟਰੈਵਲ ਹੀ ਬਾਰ-ਬਾਰ ਲਿਖੀ ਜਾਓਗੇ ਤਾਂ ਤੁਹਾਨੂੰ ਬੈਂਡਸ ਬਹੁਤ ਘੱਟ ਜਾਣਗੇ। ਤੁਹਾਡੇ ਬੈਂਡਸ ਇੰਪਰੂਵ ਕਰਨ ਦਾ ਇੱਕੋ ਹੀ ਮੈਥਡ ਹੈ ਕਿ ਆਪਣੀ ਵੋਕੈਬਲਰੀ ਨੂੰ ਵਾਸਟ ਰੱਖੋ ਤੇ ਇੱਕ ਸਾਈਡ ਤੇ ਪਹਿਲਾਂ ਹੀ ਡਿਸਾਈਡ ਕਰ ਲਓ ਕਿ ਜਿਹੜੇ ਵਰਡ ਵਾਰ-ਵਾਰ ਯੂਜ਼ ਹੋਣੇ ਆ ਉਹ ਵਰਡਸ ਦੇ ਸਿਨੋਨਿਮਸ ਤੁਹਾਨੂੰ ਪਤਾ ਹੋਣ। ਤੁਸੀਂ ਪ੍ਰੈਕਟਿਸ ਕਿਵੇਂ ਕਰ ਸਕਦੇ ਹੋ, ਤੁਸੀਂ ਕੋਈ ਵੀ ਐਸੇ ਅਗਰ ਲਿਖਦੇ ਹੋ ਤਾਂ ਪਹਿਲਾ ਕੰਮ ਇਹ ਕਰੋ, ਤੁਸੀਂ ਲੱਗਦਾ ਕਿ ਇਹ ਵਰਡ ਮੈਂ ਬਹੁਤ ਵਾਰ ਆਪਣੀ ਐਸੇ 'ਚ ਲਿਖਦੇ ਹੋਏ ਯੂਜ਼ ਕਰ ਲਿਆ, ਤੁਸੀਂ ਉਸਦੇ ਨੈਟ ਤੋਂ ਸਰਚ ਕਰਕੇ ਸਿਨੋਨਿਮਸ ਦੇਖ ਸਕਦੇ ਹੋ। ਔਰ ਤੁਹਾਨੂੰ ਅਗਰ ਕਿਸੇ ਨੂੰ ਸਿਨੋਨਿਮਸ ਦੀ ਲੋੜ ਹੈ ਤਾਂ ਤੁਹਾਨੂੰ ਮੈਂ ਸ਼ੇਅਰ ਵੀ ਕਰ ਦਾਂਗੀ। ਮੇਰੇ ਕੋਲ ਪ੍ਰੋਪਰ ਬਣੇ ਹੋਏ ਆ ਨੋਟਸ, ਉਸ ਸਾਰੇ ਮੈਕਸਿਮਮ ਜਿੰਨੇ ਵਰਡਸ ਯੂਜ਼ ਹੁੰਦੇ ਆ, ਜਿੰਨੀ ਵੋਕੈਬਲਰੀ ਯੂਜ਼ ਹੁੰਦੀ ਹੈ ਉਹਦੀ ਸਿਨੋਨਿਮਸ ਦੀ ਪੂਰੀ ਪ੍ਰੋਪਰ ਲਿਸਟ ਪਈ ਹੈ। ਇੱਕ ਵਰਡ ਦੇ 4 ਜਾਂ 5 ਹੋਰ ਵਰਡਸ ਕੀ ਯੂਜ਼ ਕਰ ਸਕਦੇ ਹੋ, ਸਭ ਕੁਝ ਪਿਆ। ਤੁਸੀਂ ਅਗਰ ਨੋਟਸ ਤੁਹਾਨੂੰ ਚਾਹੀਦੇ ਹੋ ਤੁਸੀਂ ਮੈਨੂੰ ਮੈਸੇਜ 'ਚ ਕਮੈਂਟ ਕਰ ਸਕਦੇ ਹੋ, ਠੀਕ ਹੈ। ਹੁਣ ਆਪਾਂ ਸਟਾਰਟ ਕਰਦੇ ਹਾਂ। ਹੁਣ ਜਿਵੇਂ ਮੈਂ ਮੂਵ ਵਰਡ ਪਤਾ, ਹੁਣ ਆਪਾਂ ਜਿਹੜੀ ਮੈਂ ਪਿਛਲੇ ਪਾਰਟ 1 'ਚ ਐਕਸਪਲੇਨ ਕਰ ਰਹੀ ਸੀ ਉਹ ਟਰਾਂਸਪੋਰਟੇਸ਼ਨ ਰਿਲੇਟਡ ਕੋਈ ਵੀਡੀਓ ਸੀ, ਉਸ ਟਰਾਂਸਪੋਰਟੇਸ਼ਨ ਮੈਟਰੋਸ ਦੀ ਗੱਲ ਕੀਤੀ ਸੀ। ਮੂਵ ਇੱਕ ਪਲੇਸ ਦੂਜੇ ਪਲੇਸ ਤੇ ਮੂਵ ਕਰਨਾ, ਤਾਂ ਉਹ ਤੇ ਮੂਵ ਵਰਡ ਵਾਰ-ਵਾਰ ਯੂਜ਼ ਹੋਣਾ ਸੀ, ਉਹਨੂੰ ਮੈਂ ਚੇਂਜ ਕਰਕੇ ਟਰੈਵਲ ਚੇਂਜ ਕਰ ਸਕਦੇ ਆਪਾਂ ਉਹਨੂੰ। ਉਸੇ ਵਰਡ ਨੂੰ ਆਪਾਂ ਕਮਿਊਟ ਵੀ ਲਿਖ ਸਕਦੇ ਹਾਂ, ਆਪਾਂ ਉਹਨੂੰ ਟਰਾਂਸਪੋਰਟ ਵੀ ਲਿਖ ਸਕਦੇ ਹਾਂ। ਆਪਾਂ ਇਸ ਤੋਂ ਬਿਨਾਂ ਇਹ 4-5 ਵਰਡਸ ਤੋਂ ਬਿਨਾਂ ਗੋ ਅਰਾਊਂਡ, ਮੂਵ ਅਰਾਊਂਡ, ਇਸ ਤਰੀਕੇ ਨਾਲ ਹਰ ਵਾਰ ਆਪਾਂ ਵਰਡ ਜਾਂ ਵਰਬ ਚੇਂਜ ਕਰ ਸਕਦੇ ਹਾਂ, ਠੀਕ ਹੈ। ਨੈਕਸਟ ਇੱਦਾਂ ਹੀ ਉਹਦੇ ਫਸਟ ਲਾਈਨ ਦੇ ਵਿੱਚ ਹੀ ਸੀਗਾ ਮੀਨਸ, ਟਰਾਂਸਪੋਰਟੇਸ਼ਨ ਮੀਨਸ ਸੀਗਾ, ਉਹਨੂੰ ਮੀਨਸ ਨੂੰ ਆਪਾਂ ਵੇਸ ਲਿਖ ਸਕਦੇ ਹਾਂ, ਮੈਥਡਸ ਲਿਖ ਸਕਦੇ ਹਾਂ। ट्रांसपोर्टेशन मीन्स ट्रांसपोर्टेशन वेज लिख सकते हैं, ट्रांसपोर्टेशन टाइप्स लिख सकते हैं, ट्रांसपोर्टेशन मैथड्स लिख सकते हैं, या फिर मीन्स लिख सकते हैं, या मोड्स ऑफ ट्रांसपोर्टेशन भी लिख सकते हैं। आप इस खोल ऐड कर सकते हैं मोड्स। सो इदा ही अपन इको ही वर्ड दे डिफरेंट सिनोनिम्स मिल जाते और ये लिखने नाल अपने वर्ड्स रिपीट नहीं होंगे। नैक्सट जिवें मैट्रो सी, मैट्रो नूं आपां होर किवें लिख सकते, सबवे लिख सकते, अंडरग्राउंड लिख सकते, अंडरग्राउंड रेल्स लिख सकते हैं। इदां ही ਉਹਦੇ ਸਟਾਰਟਿੰਗ 'ਚ ਵਰਡ ਯੂਜ਼ ਹੋਇਆ ਸੀ ਕਨਵੀਨੀਐਂਟ, ਕਨਵੀਨੀਐਂਟ ਨੂੰ ਆਪਾਂ ਐਫੀਸ਼ੀਐਂਟ ਇਹਦਾ ਐਡਜੈਕਟਿਵ ਬਣਾ ਸਕਦੇ ਹਾਂ, ਬੈਸਟ ਐਡਜੈਕਟਿਵ ਬਣਾ ਸਕਦੇ ਹਾਂ ਕਿ ਬੈਸਟ ਮੋਡ ਆਫ ਟਰਾਂਸਪੋਰਟੇਸ਼ਨ ਹੈ, ਇਹ ਐਫੀਸ਼ੀਐਂਟ ਮੋਡ ਆਫ ਟਰਾਂਸਪੋਰਟੇਸ਼ਨ ਹੈ, ਸੇਫੈਸਟ ਹੈ, ਇਹ ਫਾਸਟੈਸਟ ਹੈ, ਸਪੀਡੀ ਹੈ, ਈਜ਼ੀ ਲਿਖ ਸਕਦੇ ਹਾਂ ਆਪਾਂ, ਈਜ਼ੀ ਟਰਾਂਸਪੋਰਟੇਸ਼ਨ ਦਾ ਮੋਡ ਹੈ। ਮਤਲਬ ਇੱਦਾਂ ਦੇ ਐਡਜੈਕਟਿਵਸ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਲਗਾ ਸਕਦੇ ਹਾਂ। ਉਸ ਇਹ ਐਡਜੈਕਟਿਵ ਪਹਿਲਾਂ ਹੀ ਆਪਣੀ ਸਾਈਡ ਤੇ ਲਿਖ ਲਿਆ ਕਰੋ ਕਿ ਮੈਂ ਰਿਪੀਟ 'ਚ ਅਗਰ ਕਦੇ ਵੀ ਵਰਡ ਕਰਨਾ ਸ਼ੁਰੂ ਹੋ ਗਿਆ, ਯੂਜ਼ ਕਰਨਾ ਪਿਆ ਤਾਂ ਮੈਂ ਇਹੀ ਵਰਡ ਯੂਜ਼ ਕਰੂੰਗਾ। ਨੈਕਸਟ ਬੋਡੀ ਪੈਰਾਗ੍ਰਾਫ। ਬੋਡੀ ਪੈਰਾਗ੍ਰਾਫ ਏ ਤੋਂ ਪਹਿਲਾਂ ਇੰਟਰੋਡਕਸ਼ਨ ਦੇ ਨੀਚੇ ਬੋਡੀ ਪੈਰਾਗ੍ਰਾਫ ਏ ਸ਼ੁਰੂ ਕਰਨਾ, ਉਸ 'ਚ ਉਹਨੂੰ ਕਿਵੇਂ ਲਿਖਦੇ, ਉਸ 'ਚ ਮੇਨਲੀ 2 ਸੈਂਟੈਂਸ ਹੋਣਗੇ, ਸੈਂਟੈਂਸ 1 ਐਂਡ 2। ਤੇ ਇਸ 'ਚ ਮੈਂ ਕਲੀਅਰਲੀ ਐਕਸਪਲੇਨ ਤੁਹਾਨੂੰ ਕੀਤਾ ਹੈ ਕਿ ਸੈਂਟੈਂਸ 1 ਕੀ ਹੋਣਾ ਚਾਹੀਦਾ ਸੀ, ਸੈਂਟੈਂਸ 2 ਕਿਵੇਂ ਲਿਖਣਾ। ਆਪਾਂ ਸੈਂਟੈਂਸ 1 ਹਮੇਸ਼ਾ ਜਿਹੜਾ ਸੈਂਟੈਂਸ 1 ਹੋਣਾ ਚਾਹੀਦਾ ਉਹ ਕਿੱਦਾਂ ਹੋਣਾ ਚਾਹੀਦਾ, ਰੀਵਰਡ ਕਰਨਾ ਇਨ ਆਈਡੀਆ। ਜਿਵੇਂ ਆਪਾਂ ਦੱਸ ਰਹੇ ਹਾਂ ਕਿ ਇਹ ਕਨਵੀਨੀਅੰਟ ਸੋਰਸ ਕਿਉਂ ਹੈ ਮੈਟਰੋਸ, ਜਿਹੜੀ ਮੈਟਰੋਸ ਟਰਾਂਸਪੋਰਟੇਸ਼ਨ ਦਾ ਕਨਵੀਨੀਅੰਟ ਸੋਰਸ ਕਿਉਂ ਹੈ, ਤਾਂ ਆਪਾਂ ਫਸਟ ਆਈਡੀਆ ਐਕਸਪਲੇਨ ਕਰਾਂਗੇ ਪਹਿਲਾਂ ਕਿ ਆਪਾਂ ਕਿਉਂ ਕਹਿ ਰਹੇ ਹਾਂ ਕਿ ਇਹ ਕਾਫੀ ਐਕਸਪਲੇਨ ਕੀਤਾ ਹੋਇਆ, ਤੁਸੀਂ ਕਿਵੇਂ ਲਿਖ ਸਕਦੇ ਹੋ। ਹੁਣ ਪਹਿਲੀ ਐਡਵਾਂਟੇਜ ਕੀ ਹੈ ਮੈਟਰੋ ਸਟੇਸ਼ਨਸ ਦੀ,
ਕਿ ਇਹ ਸਪੀਡ ਜ਼ਿਆਦਾ ਹੁੰਦੀ ਹੈ ਕਿਉਂਕਿ ਇੱਥੇ ਥੱਲੇ ਟ੍ਰੈਫਿਕ ਜ਼ਿਆਦਾ ਨਹੀਂ ਹੋਏਗਾ, ਜਿੱਦਾਂ ਰੇਲਸ ਤੇ ਜਾ ਰਹੀ ਹੈ ਚੀਜ਼ ਤੇ ਉਹਨੂੰ ਟ੍ਰੈਫਿਕ ਨਹੀਂ ਮਿਲੇਗਾ ਐਂਡ ਟ੍ਰੈਫਿਕ ਲੈਸ ਹੋਣ ਕਰਕੇ ਸਪੀਡ ਜ਼ਿਆਦਾ ਅੱਛੀ ਹੋਏਗੀ। ਤਾਂ ਪਹਿਲੀ ਲਾਈਨ ਹੀ ਆਪਾਂ ਮੇਨ ਆਈਡੀਆ ਐਕਸਪਲੇਨ ਕੀਤਾ ਕਿ ਮੋਰ ਸਪੀਡ। ਸੋ ਪਹਿਲਾਂ ਹੀ ਆਪਾਂ ਆਈਡੀਆ ਐਕਸਪਲੇਨ ਕੀਤਾ ਹੈ ਕਿ ਮੋਰ ਸਪੀਡ ਹੋਏਗੀ, ਠੀਕ ਹੈ, ਕਿ ਅੰਡਰਗਰਾਊਂਡ ਰੇਲ ਯੂਜ਼ ਕਰਨ ਨਾਲ ਮਤਲਬ ਸਪੀਡ ਅੱਛੀ ਹੁੰਦੀ ਹੈ। ਸਪੀਡ ਅੱਛੀ ਹੋਣ ਦਾ ਮਤਲਬ ਫਸਟ ਲਾਈਨ 'ਚ ਆਪਾਂ ਆਪਣਾ ਮੇਨ ਆਈਡੀਆ ਐਕਸਪਲੇਨ ਕਰਤਾ। ਨੈਕਸਟ ਆਈਡੀਆ ਇਹਦੀ ਸਪੋਰਟਿੰਗ ਇਨਫੋਰਮੇਸ਼ਨ ਐਕਸਪਲੇਨ ਕਰਨੀ ਹੈ ਕਿ ਆਪਾਂ ਇਹ ਚੀਜ਼ ਕਿਉਂ ਕੀ ਹੈ ਕਿ ਸਪੀਡ ਕਿਉਂ ਮੋਰ ਹੋਏਗੀ। ਆਪਾਂ ਨੂੰ ਹੀ ਪਤਾ ਹੈ ਕਿ ਇੱਕ ਤਾਂ ਡਿਲੇਸ ਨਹੀਂ ਹੋਣਗੇ ਕੋਈ ਵੀ, ਠੀਕ ਹੈ, ਡਿਲੇਸ ਘੱਟ ਹੋਣਗੇ, ਡਿਫਾਈਨਡ ਸਕੈਡਿਊਲਸ ਦੇ ਵਿੱਚ ਚੱਲਦੀ ਹੈ ਇਹ, ਤਾਂ ਡਿਫਾਈਨਡ ਸਕੈਡਿਊਲਸ ਹੋ ਗਏ, ਇੱਕ ਡਿਲੇਸ ਘੱਟ ਹੋਣਗੇ। ਇੱਕ 'ਚ ਆਪਾਂ ਇੱਕ ਚੀਜ਼ ਹੋਰ ਐਡ ਕਰ ਸਕਦੇ ਹਾਂ ਕਿ ਟ੍ਰੈਫਿਕ ਨੀਚੇ ਘੱਟ ਹੋਏਗਾ ਕਿਉਂਕਿ ਰੇਲਸ ਨੇ ਜਾਣਾ ਹੈ। ਜੇ ਆਪਾਂ ਰੋਡ ਤੇ ਦੇਖੀਏ ਟ੍ਰੈਫਿਕ ਵੱਧ ਹੋਏਗਾ, ਉਹ ਵੀ ਆਪਾਂ ਇੱਥੇ ਪੁਆਇੰਟਸ ਐਡ ਕਰ ਸਕਦੇ ਹਾਂ ਕਿ ਟ੍ਰੈਫਿਕ ਲੈਸ ਟ੍ਰੈਫਿਕ ਹੋਏਗਾ, ਲੈਸ ਟ੍ਰੈਫਿਕ। ਸੋ ਤੁਸੀਂ ਇਹ ਵੀ ਐਡ ਕਰ ਸਕਦੇ ਹੋ। ਮੇਨਲੀ ਕੀ ਕਰਨੀ ਹੈ, ਪਹਿਲਾਂ ਤੁਸੀਂ ਐਕਸਪਲੇਨ ਕਰਨਾ ਤੁਸੀਂ ਕਿਉਂ ਚਾਹੁੰਦੇ ਹੋ ਕਿ ਇਹ ਚੀਜ਼ ਹੋਵੇ, ਫਿਰ ਉਹਦਾ ਇੱਕ ਸਪੋਰਟਿੰਗ ਆਈਡੀਆ ਦੇਣਾ। ਹੁਣ ਜਿਵੇਂ ਆਪਾਂ ਕਿਹਾ ਕਿ ਸਪੀਡ ਅੱਛੀ ਹੋਏਗੀ ਇਸ ਕਰਕੇ ਮੈਟਰੋ ਕਨਵੀਨੀਅੰਟ ਸੋਰਸ ਹੈ। ਕਿਉਂ ਅੱਛੀ ਹੋਏਗੀ, ਕਿਉਂਕਿ ਉਹਦੇ ਡਿਫਾਈਨਡ ਸਕੈਡਿਊਲਸ ਨੇ ਤੇ ਡਿਲੇਸ ਜ਼ਿਆਦਾ ਨਹੀਂ ਹੁੰਦੇ, ਉਹਨੇ ਪ੍ਰੋਪਰ ਟਾਈਮ ਤੇ ਚੱਲਣਾ ਹੈ ਤੇ ਲੋਕਾਂ ਨੂੰ ਜ਼ਿਆਦਾ ਵੇਟ ਨਹੀਂ ਕਰਨੀ ਪਏਗੀ, ਇਸ ਲਈ ਇਹ ਕਨਵੀਨੀਅੰਸ ਮੋਡ ਹੈ। ਸੋ ਸੈਂਟੈਂਸ 1 ਸੈਂਟੈਂਸ 2 ਕਿਵੇਂ ਲਿਖਣਾ ਬੋਡੀ ਪੈਰਾਗ੍ਰਾਫ ਏ ਦਾ, ਉਹ ਆ ਚੀਜ਼ ਲਿਖਣੀ ਹੈ। ਇਸ ਤੋਂ ਅੱਗੇ ਜੋ ਸੈਂਟੈਂਸ 3 ਲਿਖਣਾ ਹੈ ਉਸ 'ਚ ਆਪਾਂ ਐਗਜ਼ਾਮਪਲ ਪੁੱਟ ਕਰਨੀ ਹੈ। example can be a real life example, ਠੀਕ ਹੈ। ਪਰਸਨਲਾਈਜ਼ ਨਹੀਂ ਲਿਖਣੀ ਆਪਾਂ, ਆਈ ਵੀ ਇਦਾਂ ਦੇ ਵਰਡਸ ਨਹੀਂ ਯੂਜ਼ ਕਰਨੇ ਹੁੰਦੇ ਆਇਲਸ ਦੇ ਐਸੇ ਵਿੱਚ। ਆਪਾਂ ਪਰਸਨਲਾਈਜ਼ ਨਹੀਂ ਲਿਖ ਸਕਦੇ, ਆਪਣੇ ਬਾਰੇ ਲਿਖ ਨਹੀਂ ਸਕਦੇ ਜਾਂ ਡੇਲੀ ਲਾਈਫ ਜੋ ਆਪਣੇ ਨਾਲ ਹੋਇਆ ਉਹ ਨਹੀਂ ਲਿਖ ਸਕਦੇ। ਜੋ ਐਕਚੁਅਲ ਫੈਕਟਸ ਨੇ ਜਾਂ ਕੋਈ ਕਿਸੇ ਹੋਰ ਪਰਸਨ ਦੀ ਜੋ ਫੇਮਸ ਪਰਸਨ ਹੈ ਉਹਦੀ ਰੀਅਲ ਲਾਈਫ ਐਗਜ਼ਾਮਪਲ ਦੇ ਸਕਦੇ ਆਪਾਂ, ਠੀਕ ਹੈ। ਫੈਕਟਸ ਜਾਂ ਫਿਰ ਕਿਸੇ ਪਰਸਨ ਦੀ ਰੀਅਲ ਲਾਈਫ ਜੋ ਐਕਚੁਅਲ 'ਚ ਹੋਇਆ ਐਗਜ਼ਾਮਪਲ, ਆਪਣੀ ਐਗਜ਼ਾਮਪਲ ਨਹੀਂ ਦੇ ਸਕਦੇ ਆਪਾਂ ਇੱਥੇ। ਜਾਂ ਕੋਈ ਸਟੈਟਿਸਟਿਕਸ ਡਿਸਕਸ ਕਰ ਸਕਦੇ ਹਾਂ, ਕੋਈ ਤੁਹਾਨੂੰ ਡਾਟਾ ਪੱਕਾ ਪਤਾ ਹੈ ਕਿ ਇਸ ਬਾਰੇ, ਕਿ ਤੁਸੀਂ ਮਾਈਂਡ 'ਚ ਰੱਖੋ ਕਿ ਟਰਾਂਸਪੋਰਟੇਸ਼ਨ, ਐਡੂਕੇਸ਼ਨ, ਸਕੂਲਸ ਹੋ ਗਏ, ਇਸ ਤੋਂ ਬਿਨਾਂ ਕ੍ਰਾਈਮ ਹੋ ਗਏ, ਇਹ ਸਭ ਦਾ ਇੱਕ ਇੱਕ ਡਾਟਾ ਆਪਣੇ ਮਾਈਂਡ 'ਚ ਰੱਖੋ ਕਿ ਸਟੈਟਿਸਟਿਕਸ ਕਿ ਇੰਨੇ % ਡਿਕਰੀਜ਼ ਹੋਇਆ ਸੀ ਇਸ ਈਅਰ ਦੇ ਵਿੱਚ, ਇੱਦਾਂ ਹੋਇਆ ਸੀ, ਇਹ ਸਟੈਟਿਸਟਿਕਲੀ ਇਹ ਚੀਜ਼ ਹੋਈ ਸੀ, ਕਿਤੇ ਕੋਈ ਡਾਟਾ ਇਹ ਤੁਸੀਂ ਐਡ ਔਨ ਕਰ ਸਕਦੇ ਹੋ। ਕੋਈ ਫੈਕਟ ਮਾਈਂਡ 'ਚ ਰੱਖ ਸਕਦੇ ਹੋ ਹਰ ਇੱਕ ਰਿਲੇਟਡ, ਕੋਈ ਇਨਵਾਇਰਮੈਂਟ ਦਾ ਰੱਖ ਲਓ, ਇੱਕ ਕ੍ਰਾਈਮ ਦਾ ਰੱਖ ਲਓ, ਐਡੂਕੇਸ਼ਨ ਦਾ ਰੱਖ ਲਓ, ਸਪੋਰਟਸ ਦਾ ਰੱਖ ਲਓ, ਮਤਲਬ ਬੇਸਿਕਲੀ IAS ਆਉਂਦੇ ਜ਼ਿਆਦਾ ਤੇ ਇਹਨਾਂ ਦੀ ਰੱਖ ਸਕਦੇ ਹੋ। ਜਾਂ ਤਾਂ ਇੱਕ ਰੀਅਲ ਲਾਈਫ ਐਗਜ਼ਾਮਪਲ ਮਾਈਂਡ 'ਚ ਰੱਖੋ, ਜਾਂ ਕੋਈ ਫੈਕਟ ਮਾਈਂਡ 'ਚ ਰੱਖੋ, ਜਾਂ ਸਟੈਟਿਸਟਿਕਸ ਰੱਖੋ। ਇਹਨਾਂ ਨਾਲ ਬਹੁਤ ਇੰਪਰੂਵ ਹੁੰਦੇ ਚਾਂਸਿਸ ਐਸੇ ਦੇ ਵਿੱਚ ਅੱਛੇ ਬੈਂਡਸ ਲੈਣ ਦੇ। ਤੁਸੀਂ ਲਿਖਣਾ ਕਿੱਦਾਂ ਕਿਸੇ ਵੀ ਐਗਜ਼ਾਮਪਲ ਨੂੰ, ਤਾਂ ਉਹਦੇ ਪਹਿਲਾਂ ਜੋ ਤੁਸੀਂ ਕਨੈਕਟਰਸ ਲਗਾਉਣੇ ਹੈ, ਤੁਸੀਂ ਇਹਨਾਂ ਨੂੰ ਲਿੰਕਿੰਗ ਵਰਡਸ ਕਹਿੰਦੇ ਆ, ਲਿੰਕਿੰਗ ਡਿਵਾਈਸਿਸ ਕਹਿੰਦੇ ਆ। ਤੁਸੀਂ ਉਹਨੂੰ ਫੋਰ ਇੰਸਟੈਂਸ ਲਗਾ ਸਕਦੇ ਹੋ, ਫੋਰ ਐਗਜ਼ਾਮਪਲ ਲਿਖਵਾ ਸਕਦੇ ਹੋ, ਟੂ ਇਲਸਟ੍ਰੇਟ ਲਗਾ ਸਕਦੇ ਹੋ। ਇਹਦੇ ਰਿਗਾਰਡਿੰਗ ਮੇਰੇ ਕੋਲ ਨੋਟਸ ਪਏ ਹੈ ਕਿ ਤੁਸੀਂ ਐਗਜ਼ਾਮਪਲ ਦੇਣ ਲਈ ਕਿਹੜੇ ਕਨੈਕਟਰ ਯੂਜ਼ ਕਰ ਸਕਦੇ ਹੋ। ਇਸ ਤੋਂ ਬਿਨਾਂ ਤੁਸੀਂ ਕੋਈ ਨੈਕਸਟ ਲਾਈਨ ਸ਼ੁਰੂ ਕਰਨ ਲਈ ਜਾਂ ਕੋਈ ਸਪੋਰਟਿੰਗ ਆਈਡੀਆ ਦੇਣ ਲਈ ਕਿਹੜੇ ਕਨੈਕਟਰਸ ਜਾਂ ਫਿਰ ਲਿੰਕਿੰਗ ਡਿਵਾਈਸਿਸ ਯੂਜ਼ ਕਰ ਸਕਦੇ ਹੋ। ਇਹਦੇ ਵੀ ਪ੍ਰੋਪਰ ਮੇਰੇ ਕੋਲ ਨੋਟਸ ਪਏ ਹੈ। ਤੁਸੀਂ ਅਗਰ ਨੋਟਸ ਦੀ ਕਿਸੇ ਨੂੰ ਲੋੜ ਹੋਏਗੀ ਤੁਸੀਂ ਮੈਨੂੰ ਕਮੈਂਟ ਬਾਕਸ ਕਹਿ ਸਕਦੇ ਹੋ, ਤੁਹਾਨੂੰ ਮੈਂ ਐਕਸਪਲੇਨ ਕਰ ਦਾਂਗੀ ਕਿ ਕਿਹੜੇ ਹੋ ਸਕਦੇ, ਔਰ ਮੈਂ ਤੁਹਾਨੂੰ ਸੈਂਡ ਵੀ ਕਰ ਦਾਂਗੀ, ਜਾਂ ਤਾਂ ਮੈਂ ਇੱਕ ਵੀਡੀਓ ਵੀ ਬਣਾ ਦਾਂਗੀ ਕਿ ਕਿਵੇਂ ਦੇ ਸੈਂਟੈਂਸ ਨੂੰ ਲਿੰਕ ਕਰਨ ਲਈ ਕਿਹੜੇ ਲਿੰਕਿੰਗ ਡਿਵਾਈਸ ਯੂਜ਼ ਕਰ ਸਕਦੇ ਹੋ। ਹੁਣ ਐਗਜ਼ਾਮਪਲ ਲਈ ਆਪਾਂ ਫੋਰ ਇੰਸਟੈਂਸ ਯੂਜ਼ ਕਰ ਸਕਦੇ ਹਾਂ, ਫੋਰ ਐਗਜ਼ਾਮਪਲ ਯੂਜ਼ ਕਰ ਸਕਦੇ ਹਾਂ, ਟੂ ਇਲਸਟ੍ਰੇਟ ਯੂਜ਼ ਕਰ ਸਕਦੇ ਹਾਂ, ਫੋਰ ਇਲਸਟ੍ਰੇਸ਼ਨ ਯੂਜ਼ ਕਰ ਸਕਦੇ ਹਾਂ। ਜੇ ਵਾਰ-ਵਾਰ ਆਪਾਂ ਨੂੰ ਐਗਜ਼ਾਮਪਲ ਦੇਣੀ ਪੈ ਰਹੀ, ਹੁਣ ਜਿਵੇਂ ਮੈਂ ਇੱਥੇ ਫੋਰ ਇੰਸਟੈਂਸ ਯੂਜ਼ ਕੀਤਾ ਹੈ ਕਿ all metro station are provided with screens of their timetable including the arrive time of the coming train। ਇਹ ਫੈਕਟ ਹੈ, ਐਕਚੁਅਲ ਚੀਜ਼ ਹਮੇਸ਼ਾ ਹਰ ਮੈਟਰੋ ਸਟੇਸ਼ਨ ਤੇ ਹੋਣੀ ਹੈ ਕਿ ਸਕਰੀਨਸ ਪ੍ਰੋਪਰਲੀ ਟਾਈਮ ਟੇਬਲ ਮੇਨਟੇਨ ਹੁੰਦਾ ਕਿ ਪਹਿਲੇ ਆਣੀ ਹੈ, ਫਿਰ ਨੈਕਸਟ ਨੇ ਆਣੀ ਹੈ, ਫਿਰ ਉਸ ਤੋਂ ਅਗਲੇ ਨੇ ਆਣੀ ਹੈ। ਇਹਦੇ ਨਾਲ ਕੀ ਹੁੰਦਾ ਕਿ ਸਭ ਨੂੰ ਫਿਕਸ ਟਾਈਮਿੰਗਸ ਪਤਾ ਹੁੰਦੀਆਂ ਨੇ, ਇਹ ਨਹੀਂ ਕਿ ਕੋਈ ਇੱਕ ਦੀ ਜਗ੍ਹਾ ਤੇ ਦੂਸਰੀ ਰੇਲ ਹੋ ਜਾਏਗੀ। ਜੇ ਕੋਈ ਚੇਂਜਸ ਆਉਂਦੇ ਵੀ ਨੇ ਤਾਂ ਵੀ ਉਹ ਚੇਂਜਸ ਨਾਲ ਦੀ ਨਾਲ ਉਸ ਟਾਈਮ ਟੇਬਲਸ ਦੇ ਵਿੱਚ ਰਿਫਲੈਕਟ ਹੋ ਜਾਂਦੇ ਨੇ। ਤੁਸੀਂ ਇਹ ਐਗਜ਼ਾਮਪਲ ਐਕਚੁਅਲ ਦੇ ਸਕਦੇ ਹੋ, ਇਹ ਫੈਕਟ ਹੈ, ਇਹ ਰੀਅਲ ਹੁੰਦਾ ਹਰ ਮੈਟਰੋ ਸਟੇਸ਼ਨ ਦੇ ਵਿੱਚ, ਇਹ ਪ੍ਰੋਪਰ ਹੋਣਾ ਹੀ ਹੋਣਾ ਹੈ, ਠੀਕ ਹੈ। ਨੈਕਸਟ ਸਮਰੀ ਸੈਂਟੈਂਸ ਤੁਸੀਂ ਦੇਣਾ ਕਿ ਤੁਸੀਂ ਉੱਪਰ ਤੋਂ 3 ਚੀਜ਼ਾਂ ਕਹੀਆਂ, ਇੱਕ ਤੁਸੀਂ ਆਈਡੀਆ ਦਿੱਤਾ, ਇੱਕ ਆਈਡੀਆ ਨੂੰ ਸਪੋਰਟ ਕਰਨ ਲਈ ਦਿੱਤਾ, ਇੱਕ ਤੁਸੀਂ ਥਰਡ ਐਗਜ਼ਾਮਪਲ ਦਿੱਤੀ। ਤੁਸੀਂ ਜੋ ਤਿੰਨੋਂ ਗੱਲਾਂ ਕੀਤੀਆਂ ਕਿਸ ਬਾਰੇ ਸੀ ਉਹਨੂੰ ਸਮਰਾਈਜ਼ ਕਰਕੇ ਤੁਸੀਂ ਇੱਕ ਲਾਸਟ ਲਾਈਨ ਲਿਖ ਦੇਣੀ। ਤੁਹਾਡੀ ਫੋਰਥ ਲਾਈਨ ਬੋਡੀ ਪੈਰਾਗ੍ਰਾਫ ਏ ਦੀ ਹੋ ਜਾਏਗੀ।
ਔਰ ਧਿਆਨ ਰੱਖਣਾ ਹੈ ਕਿ ਇਹਦੇ ਵਿੱਚ ਜਿਹੜੀ ਤੁਸੀਂ ਐਕਸਪਲੇਨ ਕਰ ਰਹੇ ਹੋ ਤੁਸੀਂ ਇਹਨੂੰ ਲਿੰਕਿੰਗ ਡਿਵਾਈਸ ਨਾਲ ਯੂਜ਼ ਕਰ ਸਕਦੇ ਹੋ। ਤੁਸੀਂ ਇਹ ਦੱਸਣਾ ਕਿ ਤੁਹਾਡੇ ਜੋ ਤੁਸੀਂ ਉੱਪਰ ਆਪਣੇ ਆਈਡੀਆ ਦੀ ਗੱਲ ਕੀਤੀ ਉਹ ਆਈਡੀਆ ਐਕਚੁਅਲ 'ਚ ਤੁਹਾਡੇ ਸਪੋਰਟਿੰਗ ਆਈਡੀਆ ਨੂੰ ਤੁਹਾਡੇ ਐਗਜ਼ਾਮਪਲ ਨਾਲ ਕਿਵੇਂ ਲਿੰਕ ਕਰਦਾ ਹੋਇਆ ਉਹਨੂੰ ਪ੍ਰੂਵ ਕਰਦਾ ਹੈ। ਜਿਵੇਂ ਇੱਥੇ ਲਿਖਤਾ ਕਿ therefore it is more efficient for people to use metro than bus or car which are subjected to traffic jam। ਇਹਨਾਂ ਨੇ ਇੱਥੇ ਜਾ ਕੇ ਉਹ ਪੁਆਇੰਟ ਵੀ ਆਪਾਂ ਐਡ ਕਰ ਸਕਦੇ ਕਿ ਟ੍ਰੈਫਿਕ ਜੈਮ ਹੋਣ ਕਰਕੇ ਵੀ ਆਪਾਂ ਐਫੀਸ਼ੀਐਂਟ ਹੋ ਜਾਂਦੀ ਹੈ। ਮਤਲਬ ਟ੍ਰੈਫਿਕ ਜੈਮਸ ਹੁੰਦੇ ਨੇ ਅਗਰ ਰੋਡਸ 'ਤੇ ਅਗਰ ਕੋਈ ਕਾਰਸ ਬੱਸਿਸ ਜਾ ਰਹੀਆਂ ਨੇ, ਬਟ ਜੇ ਕੋਈ ਰੇਲਸ ਜਾ ਰਹੀਆਂ ਨੇ, ਮੈਟਰੋਸ ਜਾ ਰਹੀ, ਮੈਟਰੋ ਅੰਡਰਗਰਾਊਂਡ ਰੇਲਸ ਨੇ, ਮੈਟਰੋਸ ਨੇ, ਉੱਥੇ ਟ੍ਰੈਫਿਕ ਵੀ ਘੱਟ ਹੋਏਗਾ। ਸੋ ਇਹਦੇ ਨਾਲ ਤਿੰਨੋਂ ਪੁਆਇੰਟਸ ਸਾਰੇ ਆਪਸ 'ਚ ਲਿੰਕ ਕਰਦੇ ਹੋਏ ਬਣਾਤੇ ਆਪਾਂ। ਸੋ ਪਹਿਲਾ ਕੰਮ ਆਈਡੀਆ ਦੇਣਾ, ਦੂਸਰਾ ਕੰਮ ਉਹਨੂੰ ਸਪੋਰਟ ਕਰਨਾ, ਤੀਸਰਾ ਕੰਮ ਉਹਦੀ ਐਗਜ਼ਾਮਪਲ ਦੇਣਾ, ਫੋਰਥ ਕੰਮ ਉਹਨੂੰ ਸਮਰਾਈਜ਼ ਕਰਕੇ ਇੱਕ ਵਾਰ ਫਿਰ ਕਲੀਅਰਲੀ ਦੱਸਣਾ ਵੀ ਨੈਕਸਟ ਬੋਡੀ ਪੈਰਾਗ੍ਰਾਫ ਬੀ ਸਿਮਿਲਰ ਹੀ ਹੁੰਦਾ ਹੈ ਵੀ ਸੇਮ ਹੈ। ਇਸ 'ਚ ਆਪਾਂ ਸੈਕਿੰਡ ਮੇਨ ਆਈਡੀਆ ਦੇਵਾਂਗੇ ਕਿਉਂਕਿ ਉਹਨੂੰ ਐਕਸਪਲੇਨ ਕਰਨ ਵਾਲੀ ਟਾਈਪ ਦੱਸੀ ਤੇ ਆਪਾਂ ਸੈਕਿੰਡ ਮੇਨ ਆਈਡੀਆ ਦੱਸਾਂਗੇ ਵੀ ਕਿਉਂ ਮੈਟਰੋ ਸਟੇਸ਼ਨਸ ਜਿਹੜੇ ਹੈ ਕਨਵੀਨੀਅੰਟ ਸੋਰਸਿਸ ਹੈ। ਸੈਕਿੰਡ ਉਹਨੂੰ ਆਪਾਂ ਐਕਸਪਲੇਨ ਕਰਾਂਗੇ ਉਹੀ ਸੇਮ ਚੀਜ਼ ਸਿਨੋਨਿਮ ਯੂਜ਼ ਕਰਨੇ, ਬਾਰ-ਬਾਰ ਮੈਟਰੋ ਨਹੀਂ ਯੂਜ਼ ਕਰ ਸਕਦੇ। ਤਾਂ ਆਪਾਂ ਸਬਵੇ ਯੂਜ਼ ਕਰ ਲਿਆ ਇਸ ਵਾਰੀ। ਸਬਵੇ ਸੇਮ ਨੀਚੇ ਵਾਲੇ ਜਿਹੜੇ ਅੰਡਰਗਰਾਊਂਡ ਸਿਸਟਮ ਯੂਜ਼ ਹੁੰਦੇ ਉਹਨਾਂ ਲਈ ਸਬਵੇ ਵਰਡ ਯੂਜ਼ ਕਰ ਲਿਆ। ਰੀਜ਼ਨ ਸੈਕਿੰਡ ਆਪਾਂ ਲਿਖਿਆ ਆਈਡੀਆ ਕਿ ਸੇਫਟੀ ਮੈਜਰਸ ਬਹੁਤ ਹੁੰਦੇ ਨੇ, ਅੰਡਰਗਰਾਊਂਡ ਸੇ ਸੇਫਟੀ ਮੈਜਰਸ ਕਾਫੀ ਹੁੰਦੇ ਆ, ਇਸ ਕਰਕੇ ਵੀ ਇਹ ਬਾਕੀ ਆਪਸ਼ਨਸ ਨਾਲੋਂ ਹਾਈਲੀ ਰਿਕੋਗਨਾਈਜ਼ਡ ਮੈਥਡ ਹੈ ਟਰਾਂਸਪੋਰਟੇਸ਼ਨ ਦਾ। ਇਹ ਫਸਟ ਲਾਈਨ ਹੋਗੀ, ਮਤਲਬ ਆਪਣੀ ਸੈਕਿੰਡ ਆਈਡੀਆ ਆਪਾਂ ਫਸਟ ਲਾਈਨ 'ਚ ਐਕਸਪਲੇਨ ਕਰ ਦੇਣਾ। ਨਾਲ ਨੂੰ ਸਪੋਰਟ ਕਰਨ ਲਈ ਦੇਣਾ ਵਾ ਕਿ ਸੇਫਟੀ ਉੱਤੇ ਕਿਉਂ ਹੁੰਦੀ ਹੈ ਕਿਉਂਕਿ ਇਹ ਵੈਲ ਇਕੁਇਪਡ ਹੁੰਦੀਆਂ ਨੇ। ਇਹ 'ਚ ਕੋਈ ਵੀ ਐਮਰਜੈਂਸੀ ਹੋਵੇ ਤਾਂ ਉਹਦੇ ਲਈ ਇਹਦੇ ਵਿੱਚ ਸੋਰਸਿਸ ਹੁੰਦੇ ਆ, ਆਪਾਂ ਐਮਰਜੈਂਸੀ ਟਾਈਮ 'ਤੇ ਕੁਝ ਵੀ ਕਰ ਸਕਦੇ। ਤੁਹਾਨੂੰ ਪਤਾ ਹੀ ਹੈ ਕਿ ਪ੍ਰੋਪਰ ਮੇਨਟੇਨ ਹੁੰਦੀਆਂ ਨੇ ਇਹਦੇ ਵਿੱਚ। ਤਾਂ ਆਪਾਂ ਲਿਖਦੇ ਨੇ ਕਿ ਹਰ ਇਕਵਿਪਮੈਂਟ ਵਿੱਚ ਪ੍ਰੈਜ਼ੈਂਟ ਹੁੰਦਾ ਹੈ ਸੇਫਟੀ ਦੇ ਲਈ। ਠੀਕ ਹੈ, ਸੈਂਟੈਂਸ 2 ਹੋ ਗਿਆ। ਤੇ ਸੈਂਟੈਂਸ 3 ਕੀ ਲਿਖੋਗੇ ਬੋਡੀ ਪੈਰਾਗ੍ਰਾਫ ਬੀ ਦਾ ਸੇਮ ਉਹੀ ਚੀਜ਼ ਐਗਜ਼ਾਮਪਲ ਕਰੋਗੇ। ਇੱਥੇ ਪੁੱਟ ਐਗਜ਼ਾਮਪਲ ਵਿੱਚ ਕੀ ਲਿਖ ਸਕਦੇ ਹੋ, ਜਾਂ ਤਾਂ ਰੀਅਲ ਲਾਈਫ ਐਗਜ਼ਾਮਪਲ ਜਾਂ ਇਹ 'ਚ ਕੋਈ ਫੈਕਟ ਲਿਖ ਸਕਦੇ ਹੋ ਜਾਂ ਕੋਈ ਸਟੈਟਿਸਟਿਕਸ ਲਿਖ ਸਕਦੇ ਹੋ। ਠੀਕ ਹੈ, ਹੁਣ ਇੱਥੇ ਇਹਨੇ ਦੂਸਰਾ ਵਰਡ ਯੂਜ਼ ਕੀਤਾ, ਇਹਨੇ ਬਾਰ-ਬਾਰ ਸੇਮ ਨਹੀਂ, ਫੋਰ ਇੰਸਟੈਂਸ ਬਾਰ-ਬਾਰ ਨਹੀਂ ਯੂਜ਼ ਕਰਨਾ, ਫੋਰ ਐਗਜ਼ਾਮਪਲ ਬਾਰ-ਬਾਰ ਯੂਜ਼ ਨਹੀਂ ਕਰਨਾ। ਇਹਨੇ ਇਸ ਵਾਰ ਕੀ ਯੂਜ਼ ਕੀਤਾ, ਟੂ ਇਲਸਟ੍ਰੇਟ। ਇਲਸਟ੍ਰੇਟ ਮਤਲਬ ਸੇਮ ਹੈ ਕਿ ਆਪਾਂ ਕੀ ਕਰ ਰਹੇ ਹਾਂ, ਐਗਜ਼ਾਮਪਲ ਦੇ ਰਹੇ ਹਾਂ। ਐਵਰੀ ਮੈਟਰੋ ਕੈਰੇਜ ਜਿਹੜੇ ਹੁੰਦੇ ਆ ਉਹ ਵੇਰੀਅਸ ਇਵੈਕੂਏਸ਼ਨ ਮੈਥਡਸ ਹੁੰਦੇ ਨੇ ਕਿ ਤੁਸੀਂ ਜੇ ਬਾਹਰ ਨਿਕਲਣਾ ਤਾਂ ਤੁਹਾਨੂੰ ਕਾਫੀ ਸਾਰੇ ਮੈਥਡਸ ਹੁੰਦੇ ਆ ਇੰਕਲੂਡਿੰਗ ਆਟੋਮੈਟਿਕ ਡੋਰ। ਸੇਫਟੀ ਤੋਂ ਅੱਗੇ ਕੀ ਦੱਸਿਆ ਆਪਾਂ, ਸਪੋਰਟਿੰਗ ਆਈਡੀਆ ਕਿ ਹਾਂ ਵੈਲ ਇਕੁਇਪਡ ਹੁੰਦੇ। ਹੁਣ ਕਿਹੜੇ ਇਕੁਇਪਮੈਂਟਸ ਹੁੰਦੇ ਉਹਦੀ ਐਗਜ਼ਾਮਪਲ ਦਿੱਤੀ ਆਪਾਂ, ਡੋਰਸ ਹੁੰਦੇ ਨੇ ਤੇ ਮੈਨੂਅਲ ਆਰਮ ਹੁੰਦੀ ਹੈ। ਨੈਕਸਟ ਹੈ ਸੈਂਟੈਂਸ ਨੰਬਰ 4, ਉਹਦੇ ਵਿੱਚ ਆਪਾਂ ਸੇਮ ਚੀਜ਼ ਜੋ ਉੱਪਰ ਐਕਸਪਲੇਨ ਕੀਤਾ ਉਹਨੂੰ ਦੱਸਣਾ ਸਮਰਾਈਜ਼ ਕਰਕੇ ਕਿ ਇਹ ਸੱਚੀ ਪ੍ਰੂਵ ਹੋ ਰਿਹਾ ਕਿ ਨਹੀਂ ਆਈਡੀਆ। ठीक है, इस पर लाइन की बनाती है। इट कैन बी आर्ग्यूड दैट ड्यू टू द सेफ्टी aspects of using the subway it is a more suitable way to commute around a large city। सो आप इस बारी मूव की जगह ते commute वर्ड यूज कर लिया। आप वर्ड्स ऊपर लिख के रखे हुए सी, पहले ट्रैवल भी यूज कर सकते सी। आप अपनी मर्जी आप किहड़े मर्जी वर्ड यूज करिए पर बार बार वर्ड्स रिपीट ना करिए। सूटेबल वे लिखता, आप कन्वीनियंट लिखिया सी, एफिशिएंट लिखिया सी, ईजी लिखिया सी, स्पीडी लिख सकते हैं, फास्ट वे लिख सकते हैं। इदां लिख देंगे आप सूटेबल। एक होर सिनोनिम आप कन्वीनियंट का लभ लिया। ठीक है, ठीक है। सेफ्टी मैजर्स एक बार बोलता, आप एक बार सेफ्टी आस्पेक्ट्स बोलता। ये नहीं कि बार बार सेफ्टी या सेफ्टी मैजर्स लिखांगे, कई बार सेफ कला यूज कर लो। सेफ, सेफ्टी आस्पेक्ट, सेफ्टी मैजर्स, ये सारे अलग अलग वर्ड्स हो गए। इन अपन ऐसे काफ़ी अच्छा लगता है। इन्हों एक्सप्लेन करने तो बाद